ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਜੀ ਪ੍ਰਾਈਮ ਏਸ਼ੀਆ ਟੀਵੀ ਤੇ। ਮੈਂ ਗੁਰਪ੍ਰੀਤ ਸੰਧਾਵਾਲੀਆ। ਇਹ ਜਿਹੜਾ ਖਾਸ ਪ੍ਰੋਗਰਾਮ ਸਪੈਸ਼ਲ ਆਪ ਜੀ ਲਈ ਲੈ ਕੇ ਆਉਂਦੇ ਆ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੇਰੈਂਟਿੰਗ ਨਾਲ ਰਿਲੇਟਡ ਜਿਹੜੇ ਟਿਪਸ ਨੇ ਉਹਨਾਂ ਦੇ ਉੱਪਰ ਗੱਲ ਕਰਦੇ ਹਾਂ। ਸਾਡੀ ਕੋਸ਼ਿਸ਼ ਇਹ ਹੈ ਕਿ ਵੀ 0 ਤੋਂ ਲੈ ਕੇ ਜਿਸ ਵੀ ਏਜ ਗਰੁੱਪ ਤੱਕ ਆਪਣੇ ਘਰ 'ਚ ਬੱਚਾ ਹੈ ਉਹਦੀਆਂ ਕੀ ਜ਼ਰੂਰਤਾਂ ਨੇ, ਕੀ ਲੋੜਾਂ ਨੇ, ਆਪਾਂ ਕੀ ਸਹੀ ਕਰਦੇ ਹਾਂ, ਕੀ ਆਪਾਂ ਗਲਤ ਕਰਦੇ ਹਾਂ, ਉਹਨਾਂ ਬਹੁਤ ਸਾਰੀਆਂ ਚੀਜ਼ਾਂ ਨਾਲ ਰਿਲੇਟਡ ਜਿਹੜੇ ਸਵਾਲ ਨੇ ਆਪਣੇ ਜ਼ਿਹਨ ਦੇ ਵਿੱਚ ਉਹਨਾਂ ਦੇ ਜਵਾਬ ਮਿਲ ਸਕਣ। ਐਂਡ ਇਹ ਗੱਲਬਾਤ ਕਰਨ ਲਈ ਆਪਣੇ ਨਾਲ PCHS ਤੋਂ ਸਰਦਾਰ ਬਲਦੇਵ ਸਿੰਘ ਮੋਟਾ ਹੋਰੀ ਨੇ। ਮੋਟਾ ਸਾਹਿਬ, ਬਹੁਤ-ਬਹੁਤ ਸਵਾਗਤ ਜੀ ਤੁਹਾਡਾ ਪ੍ਰਾਈਮ ਏਸ਼ੀਆ ਟੀਵੀ ਤੇ। ਗੁਰਪ੍ਰੀਤ ਜੀ, ਤੁਹਾਡਾ ਵੀ ਤੇ ਆਪਣੇ ਪ੍ਰਾਈਮ ਏਸ਼ੀਆ ਦੇ ਸਾਰੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਸਵਾਗਤ ਤੇ ਉਹਨਾਂ ਨੂੰ ਮੇਰੀ ਦੋਨੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੋਟਾ ਸਾਹਿਬ। ਆਪਾਂ ਪਿਛਲੇ ਐਪੀਸੋਡ ਦੇ ਵਿੱਚ ਜ਼ਿਕਰ ਕਰ ਰਹੇ ਸੀ ਕਿ 0 ਤੋਂ 6 ਸਾਲ ਦਾ ਜਿਹੜਾ ਪੀਰੀਅਡ ਹੈ ਉਹਦੇ ਵਿੱਚ ਬਹੁਤ ਸਾਰਾ ਕੁਝ ਚੇਂਜ ਹੁੰਦਾ ਐਂਡ ਆਪਾਂ ਨੂੰ ਬਹੁਤ ਸਾਰਾ ਕੁਝ ਧਿਆਨ ਰੱਖਣ ਦੀ ਲੋੜ ਹੈ। ਜੇ ਆਪਾਂ ਉਹਨੂੰ ਸੰਭਾਲ ਲਿਆ ਤਾਂ ਬੱਚਾ ਤਾਂ ਉਮਰ ਸੈੱਟ ਰਹੇਗਾ। ਜੇ ਆਪਾਂ ਉਦੋਂ ਕੁਝ ਗਲਤੀਆਂ ਕਰ ਗਏ ਤਾਂ ਫਿਰ ਸ਼ਾਇਦ ਬਾਅਦ ਦੇ ਵਿੱਚ ਆਪਾਂ ਉਹ ਨਾ ਸੁਧਾਰ ਸਕੀਏ। ਅੱਜ ਵੀ ਆਪਾਂ ਉਸੇ ਚੀਜ਼ ਨੂੰ ਕੰਟੀਨਿਊ ਕਰਦੇ ਹਾਂ ਕਿ 0 ਤੋਂ 6 ਸਾਲ ਦੇ ਵਿੱਚ ਜਦੋਂ ਆਪਾਂ ਪਰਸਨੈਲਿਟੀ ਦੀ ਗੱਲ ਕਰਦੇ ਹਾਂ ਡਿਵੈਲਪਮੈਂਟ ਦੀ, ਤਾਂ ਉਹਦੇ ਲਈ ਫਿਰ ਹੋਰ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਆਪਾਂ ਨੂੰ ਖਿਆਲ ਰੱਖਣ ਦੀ ਲੋੜ ਹੈ ਜੀ। ਸੋ ਪਰਸਨੈਲਿਟੀ ਦੇ ਉੱਤੇ ਮੈਂ ਪਹਿਲਾਂ ਆਪਾਂ 6 ਪੁਆਇੰਟ ਡਿਸਕਸ ਕਰ ਲੈਂਦੇ ਹਾਂ ਬੜੇ ਸੰਖੇਪ ਦੇ ਵਿੱਚ। ਪਰਸਨੈਲਿਟੀ ਡਿਵੈਲਪ ਕਿਵੇਂ ਹੁੰਦੀ ਆ? ਸੋ ਪਰਸਨੈਲਿਟੀ ਦੇ ਡਿਵੈਲਪ ਐਂ ਹੁੰਦੀ ਹੈ ਕਿ ਕੁਦਰਤ ਨੇ ਜਦੋਂ ਬੱਚਾ ਜੰਮਦਾ ਉਹਦੇ ਕੋਲੇ ਬਹੁਤ ਸਾਰੀਆਂ ਭਾਵਨਾਵਾਂ ਹੁੰਦੀਆਂ, ਇਮੋਸ਼ਨਸ ਨਾਲ ਉਹ ਡੀਲ ਕਰਦਾ। ਜਦੋਂ ਉਹਨੂੰ ਭੁੱਖ ਲੱਗਦੀ ਆ ਉਹ ਰੋ ਪੈਂਦਾ, ਜਦੋਂ ਉਹਦਾ ਡਾਇਪਰ ਗਿੱਲਾ ਹੁੰਦਾ ਉਹ ਰੋ ਪੈਂਦਾ, ਇਸ ਤਰ੍ਹਾਂ ਕਰਕੇ ਰਾਈਟ। ਸੋ ਉਹਦੀਆਂ ਉਹ ਇਮੋਸ਼ਨਸ ਆ ਬੋਲ ਨਹੀਂ ਸਕਦਾ, ਉਹ ਆਪਾਂ ਨੂੰ ਦੱਸ ਨਹੀਂ ਸਕਦਾ। ਫਿਰ ਕੁਛ ਦੇਰ ਜਦੋਂ ਬੱਚਾ ਵੱਡਾ ਹੋ ਜਾਂਦਾ ਤੇ ਉਹਦੇ ਜਾਨੀ ਵਿਚਾਰ ਸ਼ੁਰੂ ਹੁੰਦੇ ਆ। ਸੋ ਇਮੋਸ਼ਨਸ ਦੇ ਨਾਲ ਫਿਰ ਉਹਦੇ ਵਿਚਾਰ ਆਣੇ ਸ਼ੁਰੂ ਹੁੰਦੇ ਆ। ਵਿਚਾਰਾਂ ਦੇ ਨਾਲ ਫਿਰ ਉਹ ਬੋਲਣਾ ਸ਼ੁਰੂ ਕਰਦਾ ਤੇ ਇਹਦਾ ਮਤਲਬ ਲਫ਼ਜ਼ਾਂ ਦਾ ਜੋੜ ਪੈਂਦਾ। ਸੋ ਹੁਣ ਉਹਦੇ ਕੋਲੇ ਇਮੋਸ਼ਨਸ ਵੀ ਹੈਗੀਆਂ, ਉਹਦੇ ਕੋਲੇ ਥਾਟਸ ਵੀ ਹੈਗੇ ਆ, ਵਿਚਾਰ ਵੀ ਹੈਗੇ ਆ ਤੇ ਉਹਦੇ ਕੋਲੇ ਲਫ਼ਜ਼ ਵੀ ਹੈਗੇ ਆ। ਸੋ ਇਹ ਤਿੰਨੋਂ ਚੀਜ਼ਾਂ ਜਦੋਂ ਇਕੱਠੀਆਂ ਹੋ ਜਾਂਦੀਆਂ ਫਿਰ ਉਹ ਕੁਝ ਐਕਸ਼ਨਸ ਕਰਦਾ। ਐਕਸ਼ਨਸ ਦਾ ਮਤਲਬ ਕਿ ਉਹ ਕੁਝ ਚੀਜ਼ਾਂ ਭੱਜ ਕੇ ਜਾ ਕੇ ਚੱਕ ਲੈਂਦਾ, ਕੁਝ ਚੀਜ਼ਾਂ ਕਰਨਾ ਪੈਂਦਾ, ਫਿਰ ਉਹ ਐਕਸ਼ਨ ਕਰਦਾ। ਸੋ ਜਦੋਂ ਬਹੁਤ ਸਾਰੇ ਐਕਸ਼ਨ ਕਰਦਾ ਫਿਰ ਉਹਦੀਆਂ ਹੈਬਿਟਸ ਬਣ ਜਾਂਦੀਆਂ ਤੇ ਜਦੋਂ ਬਹੁਤ ਸਾਰੀਆਂ ਹੈਬਿਟਸ ਬਣਦੀਆਂ ਤਾਂ ਫਿਰ ਉਹਦੀ ਫਾਈਨਲੀ ਪਰਸਨੈਲਿਟੀ ਬਣ ਜਾਂਦੀ ਆ ਵੀ ਉਹ ਜਿੱਦੀ ਸੁਭਾਅ ਦਾ। ਜਦੋਂ ਆਪਾਂ ਕਈ ਵਾਰੀ ਕਹਿ ਦਿੰਦੇ ਆ ਵੀ ਉਹ ਬੰਦਾ ਤਾਂ ਯਾਰ ਜਿੱਦੀ ਸੁਭਾਅ ਦਾ, ਉਹ ਬੰਦਾ ਤਾਂ ਬਹੁਤ ਜ਼ਿਆਦਾ ਲੜਾਕਾ, ਉਹ ਬੰਦਾ ਤਾਂ ਬਹੁਤ ਜ਼ਿਆਦਾ ਨਰਮ ਦਿਲ ਆ। ਇਹ ਫਿਰ ਉਹ ਪਰਸਨੈਲਿਟੀਆਂ ਡਿਵੈਲਪ ਹੁੰਦੀਆਂ ਕਿਉਂਕਿ ਉਹਨਾਂ ਦੀਆਂ ਜਿਹੜੇ ਉਹਨਾਂ ਦੀਆਂ ਆਦਤਾਂ ਸੀ, ਜਿਹੜੇ ਉਹਨਾਂ ਦੇ ਐਕਸ਼ਨ ਹੋਏ ਤੇ ਜਿਹੜੀਆਂ ਉਹਨਾਂ ਦੀਆਂ ਆਦਤਾਂ ਬਣੀਆਂ, ਆਦਤਾਂ ਬਹੁਤ ਸਾਰੀਆਂ ਇਕੱਠੀਆਂ ਹੋ ਕੇ ਉਹਨਾਂ ਦੀ ਪਰਸਨੈਲਿਟੀ 'ਚ ਕਨਵਰਟ ਹੋ ਜਾਂਦੀਆਂ। ਸੋ ਇੱਕ ਤਾਂ ਸਾਨੂੰ ਚੀਜ਼ਾਂ ਧਿਆਨ ਰੱਖਣੀਆਂ ਪੈਣੀਆਂ ਵੀ ਅਸੀਂ ਪਰਸਨੈਲਿਟੀ ਡਿਵੈਲਪ ਕਿਹੋ ਜਿਹੀ ਕਰਨੀ ਆ। ਕੀ ਅਸੀਂ ਹੁਣ ਜਿਹੜੀ ਸਾਰਿਆਂ ਨਾਲ ਵੱਡੀ ਘਾਟ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਬੱਚਿਆਂ 'ਚ ਹੈਗੀ ਆ, ਉਹ ਹੈਗੀ ਆ ਕਾਈਂਡਨੈਸ ਤੇ ਕੰਪੈਸ਼ਨ ਦੀ, ਦਇਆ ਦੀ। ਜਾਨੀ ਆਪਣੀਆਂ ਪਰਸਨੈਲਿਟੀਜ਼ ਬੱਚਿਆਂ ਦੀਆਂ ਕੰਪੈਸ਼ਨੇਟ ਨਹੀਂ ਹੋ ਰਹੀਆਂ। ਅਸੀਂ ਕੰਪੈਸ਼ਨ ਦੇ ਉੱਤੇ ਧਿਆਨ ਨਹੀਂ ਦੇ ਰਹੇ। ਸੋ ਸਾਨੂੰ ਦਿਆਲੂ ਟਾਈਪ ਦੀ ਜਿਹੜੀ ਪਰਸਨੈਲਿਟੀ ਆ ਉਹ ਬਹੁਤ ਘੱਟ ਦੇਖਣ ਨੂੰ ਮਿਲਦੀ ਆ। ਉਹਦਾ ਡਾਇਰੈਕਟ ਰਿਜ਼ਲਟ ਆਪਾਂ ਪੰਜਾਬ ਤੇ ਕੈਨੇਡਾ 'ਚ ਤੇ ਹੋਰਨਾਂ ਮੁਲਕਾਂ 'ਚ ਦੇਖ ਸਕਦੇ ਹਾਂ। ਜਦੋਂ ਪੇਰੈਂਟਸ ਬਜ਼ੁਰਗ ਅਵਸਥਾ ਦੇ ਵਿੱਚ ਹੁੰਦੇ ਆ ਤਾਂ ਜਿਹੜੇ ਬੱਚੇ ਆ ਉਹ ਕਈ ਵਾਰੀ ਆਪਣੇ ਮਾਪਿਆਂ ਨੂੰ ਆਪਣੇ ਨਾਲ ਨਹੀਂ ਰੱਖਦੇ ਤੇ ਬਿਰਧ ਆਸ਼ਰਮ 'ਚ ਪਾ ਦਿੰਦੇ ਆ। ਕੋਈ ਨਾ ਕੋਈ ਲੜਾਈ ਹੋ ਜਾਂਦੀ ਆਪਸ ਵਿੱਚ, ਮਤਭੇਦ ਹੋ ਕੇ ਉਹ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਸਮਝਦੇ ਕਿਉਂਕਿ ਉਹਨਾਂ ਦੀ ਉਹ ਦਿਆਲੂਪਨ ਅਸੀਂ ਡਿਵੈਲਪ ਨਹੀਂ ਕੀਤਾ ਐਜ਼ ਏ ਪੇਰੈਂਟਸ। ਸੋ ਇੱਕ ਤਾਂ ਇਹ ਚੀਜ਼। ਸੋ ਜਦੋਂ ਆਪਾਂ ਛੋਟੇ ਬੱਚਿਆਂ ਦੀ ਗੱਲ ਕਰਦੇ ਹਾਂ, 0 to 6 year old ਬੱਚਿਆਂ ਦੀ ਗੱਲ ਕਰਦੇ ਹਾਂ, ਤਾਂ ਇਹ ਬਹੁਤ ਇੰਪੋਰਟੈਂਟ ਆ ਕਿ ਅਸੀਂ ਬੱਚਿਆਂ ਨੂੰ ਕੁਝ ਚੀਜ਼ਾਂ ਦੱਸੀਏ। ਉਹਦੇ 'ਚ ਇਹ ਆਉਂਦਾ ਕਿ ਕੀ ਅਸੀਂ ਬੱਚਿਆਂ ਨੂੰ ਕਾਈਂਡਨੈਸ ਤੇ ਕੰਪੈਸ਼ਨ ਸਿਖਾਇਆ ਵੀ ਕੁਝ ਚੀਜ਼ਾਂ ਸਾਡੇ ਤੇ ਨਿਰਭਰ ਆ, ਇਨਸਾਨਾਂ ਤੇ ਨਿਰਭਰ ਆ। ਦਰਖਤ ਨੂੰ ਪਾਣੀ ਦੇਣਾ, ਜੇ ਸਾਡੇ ਘਰ ਕੋਈ ਪਾਲਤੂ ਜਾਨਵਰ ਆ ਤਾਂ ਉਹਨੂੰ ਰੋਟੀ ਦੇਣੀ, ਉਹਨੂੰ ਜਾਨੀ ਪਾਣੀ ਪੀਣ ਨੂੰ ਦੇਣਾ ਜਾਂ ਕੁਝ ਵੀ ਜਿਹੜਾ ਕੁਝ ਦਿੰਦੇ ਆ ਉਹਨੂੰ ਜਿਉਂਦਾ ਰੱਖਣ ਲਈ, ਉਹ ਸਾਡੇ ਤੇ ਨਿਰਭਰ ਆ। ਉਹਦੀ ਜ਼ਿੰਮੇਵਾਰੀ ਕਰਨੀ। ਇਸੇ ਤਰ੍ਹਾਂ ਹੀ ਅਸੀਂ ਉਹਨੂੰ ਕਹਿ ਸਕਦੇ ਹਾਂ ਵੀ ਜਿਹੜੇ ਸਾਡੇ ਭੈਣ ਭਰਾ ਤੇ ਜਿਹੜਾ ਸਾਡਾ ਟੱਬਰ ਆ ਤੇ ਜਿਹੜਾ ਸਾਡਾ ਕਲੋਜ਼ ਨਿੱਟ ਪਰਿਵਾਰ ਆ ਉਹ ਇੱਕ ਦੂਜੇ ਦੇ ਆਸਰੇ ਤੇ ਬਚਿਆ ਹੋਇਆ ਤੇ ਅਸੀਂ ਇੱਕ ਦੂਸਰੇ ਨੂੰ ਸਪੋਰਟ ਕਰਨੀ ਆ। ਇਹ ਪਹਿਲੇ 6 ਸਾਲਾਂ ਦੇ ਵਿੱਚ ਜੇ ਅਸੀਂ ਬਿਲਡ ਕਰਾਂਗੇ ਤਾਂ ਉਹਨਾਂ ਦਾ ਰਿਲੇਸ਼ਨਸ਼ਿਪ ਪਰਿਵਾਰ ਦੇ ਨਾਲ ਜ਼ਿਆਦਾ ਹੋਊਗਾ ਤੇ ਉਹ ਫਿਰ ਇੱਕ ਦੂਸਰੇ ਦੀ ਮਦਦ ਕਰਨਗੇ ਬਜਾਏ ਇਸ ਦੇ ਕਿ ਇੱਕ ਦੂਜੇ ਨੂੰ ਕ੍ਰਿਟਿਸਾਈਜ਼ ਕਰਨਗੇ। ਜੀ। ਹੁਣ ਕੁਐਸਚਨ ਆਉਂਦਾ ਕਿ ਇਹ ਪਹਿਲੇ 6 ਸਾਲਾਂ ਦੇ ਵਿੱਚ 90% ਬ੍ਰੇਨ ਦੀ ਡਿਵੈਲਪਮੈਂਟ ਹੋ ਜਾਂਦੀ ਹੈ ਤੇ ਬਾਕੀ ਸਾਰੀ ਉਮਰ 10% ਹੀ ਹੁੰਦੀ ਆ।
ਜਾਨੀ 90% ਬ੍ਰੇਨ ਦੀ ਡਿਵੈਲਪਮੈਂਟ ਪਹਿਲੇ 6 ਸਾਲਾਂ ਚ ਹੁੰਦੀ ਆ ਤੇ ਬਹੁਤ ਕੁਦਰਤ ਨੇ ਮੈਸਿਵ ਸਕੇਲ ਤੇ ਸਿੱਖਣ ਵਾਸਤੇ ਬੱਚਿਆਂ ਨੂੰ ਪ੍ਰੇਰਿਤ ਕੀਤਾ। ਹੁਣ ਉਹਦੇ ਵਿੱਚ ਦਿਮਾਗ ਦੇ ਅੱਜ ਕੱਲ ਕਈ ਹਿੱਸੇ ਬਣੇ ਹੋਏ ਆ। ਦਿਮਾਗ ਇੱਕੋ ਹੀ ਦਿਮਾਗ ਨਹੀਂਗਾ ਆਪਣਾ, ਆਪਣੇ ਬਹੁਤ ਸਾਰਿਆਂ ਦਿਮਾਗਾਂ ਦਾ ਮਿਲ ਕੇ ਇੱਕ ਦਿਮਾਗ ਬਣਦਾ ਜੀ। ਇੱਕ ਦਿਮਾਗ ਦੇ ਵਿੱਚ ਲੈਂਗੁਏਜ ਹੀ ਆ। ਉੱਥੇ ਸਿਰਫ ਜੇ ਉਹ ਦਿਮਾਗ ਦਾ ਹਿੱਸੇ ਨੂੰ ਖਰਾਬੀ ਹੋ ਜੇ ਤੁਸੀਂ ਬੋਲਣੋਂ ਹਟ ਜਾਓਗੇ, ਤੁਹਾਨੂੰ ਲੈਂਗੁਏਜ ਨਹੀਂ ਆਣੀ। ਕੁਛ ਦਿਮਾਗ ਦਾ ਹਿੱਸਾ ਜਿੱਥੇ ਪਰਸੈਪਸ਼ਨ ਆ, ਜਿੱਥੇ ਤੁਸੀਂ ਪਰਸੀਵ ਕਰਦੇ ਹੋ ਕਿ ਇਹ ਮੈਨੂੰ ਥ੍ਰੈਟ ਕਰੂਗਾ, ਇਹ ਨਹੀਂ ਕਰੂਗਾ, ਇਹਦੀ ਅਸੈਸਮੈਂਟ ਕਿਹੋ ਜਿਹੀ ਆ, ਇਹ ਚੰਗਾ, ਇਹ ਮਾੜਾ, ਤੇ ਕਈ ਬੱਚਿਆਂ ਦੀ ਉਹ ਜਿਹੜੀ ਪਰਸੈਪਸ਼ਨ ਆ ਉਹ ਗਲਤ ਹੁੰਦੀ ਆ ਤੇ ਉਹਨੂੰ ਉਹਨਾਂ ਨੇ ਮਾਪਿਆਂ ਨੇ ਉਹਨਾਂ ਨੂੰ ਪਰਸੈਪਸ਼ਨ ਦੀ ਟ੍ਰੇਨਿੰਗ ਨਹੀਂ ਦਿੱਤੀ ਹੁੰਦੀ। ਕਈ ਬੱਚਿਆਂ ਦੀ ਜਿਹੜੀ ਪ੍ਰੋਬਲਮ ਸੋਲਵਿੰਗ ਐਬਿਲਿਟੀ ਦਾ ਬ੍ਰੇਨ ਆ ਇਹ ਅਲੱਗ ਆ। ਹੁਣ ਜੇ ਆਪਾਂ ਨੇ ਬੱਚੇ ਨੂੰ ਪ੍ਰੋਬਲਮ ਸੋਲਵਿੰਗ ਪਹਿਲੇ 6 ਸਾਲਾਂ 'ਚ ਸਿਖਾਈ ਨਹੀਂ ਤਾਂ ਇਹ ਹੋ ਸਕਦਾ ਕਿ ਉਹ ਬੱਚਾ ਪ੍ਰੋਬਲਮ ਮੁਸ਼ਕਲਾਂ ਦਾ ਹੱਲ ਨਾ ਲੱਭ ਸਕੇ ਸਾਰੀ ਉਮਰ, ਕਿਉਂਕਿ ਉਹਦਾ ਦਿਮਾਗ ਡਿਵੈਲਪ ਹੀ ਨਹੀਂ ਹੋਇਆ ਵਿਚਾਰੇ ਦਾ। ਇਸ ਤਰ੍ਹਾਂ ਕਰਕੇ ਆਪਣਾ ਜਿਹੜਾ ਦਿਮਾਗ ਆ ਇਹ ਬਹੁਤ ਸਾਰੇ ਹਿੱਸਿਆਂ ਦਾ ਬਣਿਆ ਹੋਇਆ ਤੇ ਆਪਾਂ ਨੂੰ ਸਾਰੇ ਹਿੱਸਿਆਂ ਨੂੰ ਡਿਵੈਲਪ ਕਰਨਾ ਆਪਾਂ ਨੂੰ ਚਾਹੀਦਾ। ਕੁਐਸਚਨ ਇਹ ਹੈਗਾ ਕਿ ਆਪਾਂ ਜ਼ਿਆਦਾ ਕਨਸੈਂਟਰੇਟ ਕਿਹਦੇ ਚ ਕਰਦੇ ਆ ਕਿ ਆਪਾਂ ਕਹਿੰਦੇ ਆ ਕਿ ਬੱਚਾ ਬੋਲਣਾ ਸਿੱਖੇ ਜੀ। ਆਪਣੀ ਕੁਦਰਤੀ ਆ ਤੇ ਕਈ ਵਾਰੀ ਆਪਾਂ ਨੇ ਇਹ ਵੀ ਦੇਖਿਆ, ਐਟਲੀਸਟ ਮੈਂ ਮਤਲਬ ਕਿ ਜਦੋਂ ਯੰਗ ਏਜ ਚ ਸੀਗਾ ਤੇ ਸਾਡੇ ਇਰਦ ਗਿਰਦ ਜਿੰਨੇ ਵੀ ਘਰ ਸੀਗੇ, ਜਦੋਂ ਕੋਈ ਬੱਚਾ ਬੋਲਣ ਲੱਗਦਾ ਸੀ ਤਾਂ ਉਦੋਂ ਨੂੰ ਲੱਡੂ ਦੇ ਕੇ ਜਾਂਦੇ ਸੀਗੇ ਵੀ ਬੱਚੇ ਨੇ ਪਹਿਲੀ ਵਾਰੀ ਮਾਮਾ, ਪਾਪਾ, ਦਾਦਾ ਇਸ ਤਰ੍ਹਾਂ ਦਾ ਕੋਈ ਲਫ਼ਜ਼ ਕਿਹਾ ਤੇ ਉਦੋਂ ਸਾਨੂੰ ਕੁਝ ਮਠਿਆਈ ਦਿੰਦੇ ਸੀ। ਲੇਕਿਨ ਜੇ ਆਪਾਂ ਥੋੜਾ ਜਿਹਾ ਗੁਰਬਾਣੀ ਨੂੰ ਅਧਿਐਨ ਕਰੀਏ ਤਾਂ ਉਹਦੇ ਚ ਆਉਂਦਾ ਵੀ ਜਪਜੀ ਸਾਹਿਬ ਦੇ ਵਿੱਚ 4 ਪੌੜੀਆਂ ਸੁਣਨ ਦੀਆਂ ਤੇ ਇੱਕ ਵੀ ਪੌੜੀ ਬੋਲਣ ਤੇ ਨਹੀਂ ਗਈ। ਸੋ ਆਪਣੇ ਧਰਮ ਦੇ ਵਿੱਚ ਸੁਣਨ ਦੀ ਬਹੁਤ ਜ਼ਿਆਦਾ ਮਹੱਤਤਾ, ਲੇਕਿਨ ਅਸੀਂ ਐਜ਼ ਪੇਰੈਂਟਸ ਬ੍ਰੇਨ ਦੀ ਡਿਵੈਲਪਮੈਂਟ ਨਹੀਂ ਕਰਦੇ ਬੱਚੇ ਦੇ ਸੁਣਨ ਵਾਸਤੇ। ਅਸੀਂ ਸੁਣਨ ਦੀਆਂ ਕੋਈ ਐਕਸਰਸਾਈਜ਼ਾਂ ਨਹੀਂ ਕਰਦੇ, ਅਸੀਂ ਸੁਣਨ ਦੀ ਕੋਈ ਬੱਚੇ ਨੂੰ ਟ੍ਰੇਨ ਨਹੀਂ ਕਰਦੇ ਵੀ ਬੇਟੇ ਤੈਨੂੰ ਕਿਹਾ ਸੀਗਾ ਵੀ ਟੈਲੀਵਿਜ਼ਨ ਬੰਦ ਕਰ ਦੇ, ਤੁਸੀਂ ਫਿਰ ਬੰਦ ਕਿਉਂ ਨਹੀਂ ਕੀਤਾ? ਕੀ ਤੁਹਾਨੂੰ ਸੁਣਾਈ ਨਹੀਂ ਦਿੱਤਾ? ਤੁਹਾਨੂੰ ਪਤਾ ਵੀ ਸੁਣਨਾ ਕੀ ਹੁੰਦਾ? ਤੇ ਇਹ ਜਿਹੀਆਂ ਚੀਜ਼ਾਂ ਤੇ ਅਸੀਂ ਕੋਈ ਡਿਸਕਸ਼ਨ ਨਹੀਂ ਕਰਦੇ ਤੇ ਉਹਦੇ ਨਾਲ ਕੀ ਹੁੰਦਾ ਕਿ ਬੱਚਾ ਬੋਲਣ ਤਾਂ ਲੱਗ ਜਾਂਦਾ ਪਰ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਨੂੰ ਬੋਲਣ ਨਾਲੋਂ ਕਿਤੇ ਜ਼ਿਆਦਾ ਜ਼ਰੂਰਤ ਇਸ ਦੁਨੀਆ ਦੇ ਵਿੱਚ ਸੁਣਨ ਦੀ ਪੈਣੀ ਆ, ਕਿਉਂਕਿ ਸੁਣਨ ਨਾਲ ਹੀ ਬੱਚੇ ਨੇ ਵਿਦਵਾਨ ਹੋਣਾ, ਬੋਲਣ ਨਾਲ ਵਿਦਵਾਨ ਨਹੀਂ ਹੋਣਾ। ਇਸ ਕਰਕੇ ਬਹੁਤ ਸਾਰੇ ਜਿਹੜੇ ਚਿੰਤਕ ਆ ਉਹ ਕਹਿੰਦੇ ਆ ਕਿ ਜਿਹੜਾ ਬੰਦਾ ਵਿਦਵਾਨ ਆ ਵੀ ਜੇ ਤੁਸੀਂ ਉਹਦੀ ਪਛਾਣ ਕਰਨੀ ਹੋਵੇ ਵੀ ਉਹ ਵਿਦਵਾਨ ਹੈਗਾ ਕਿ ਨਹੀਂ, ਉਹ ਕਹਿਣਗੇ ਵੀ ਉਹ ਕਿੰਨੀ ਕੁ ਦੇਰ ਚੁੱਪ ਕਰਕੇ ਬੈਠਾ ਰਹਿੰਦਾ। ਜਿਹੜੇ ਬੰਦੇ ਨੂੰ ਅਗਿਆਨ ਹੋਊਗਾ, ਅਧੂਰਾ ਗਿਆਨ ਹੋਊਗਾ, ਬਹੁਤ ਬੋਲੂਗਾ, ਤੇ ਜਿਹੜਾ ਬੰਦਾ ਨੂੰ ਬਹੁਤ ਜ਼ਿਆਦਾ ਗਿਆਨ ਹੁੰਦਾ ਉਹ ਬੋਲਦਾ ਨਹੀਂਗਾ ਬਾਹਲਾ, ਉਹ ਚੁੱਪ ਕਰਕੇ ਸੁਣਦਾ। ਮੇਰਾ ਹਜੇ ਪੂਰਾ ਗਿਆਨ ਨਹੀਂ ਆਇਆ ਵੀ ਮੈਨੂੰ ਇੱਥੋਂ ਵੀ ਸੁਣਨ ਨੂੰ ਮਿਲ ਜੇ, ਇੱਥੋਂ ਵੀ ਮੈਂ ਕੁਝ ਲੈ ਲਵਾਂ, ਇੱਥੋਂ ਵੀ ਮੈਂ ਕੁਝ ਲੈ ਲਵਾਂ, ਇਸ ਕਰਕੇ ਉਹ ਬੋਲਦਾ ਨਹੀਂ। ਅੱਛਾ, ਹੁਣ ਆਪਣੇ ਇਹ ਚੀਜ਼ਾਂ ਮਾਪਿਆਂ ਨੇ ਇੰਪਲੀਮੈਂਟ ਨਹੀਂ ਕੀਤੀਆਂ। ਉਹਨਾਂ ਨੂੰ ਚਾਹੀਦਾ ਕਿ ਬੱਚੇ ਨੂੰ ਸੁਣਨਾ ਸਿਖਾਉਣ ਪਹਿਲੇ 6 ਸਾਲਾਂ 'ਚ। ਜੇ ਤੁਸੀਂ ਬੱਚੇ ਨੂੰ ਕਹਿਤਾ ਵੀ ਬੇਟੇ ਤੁਸੀਂ ਆਪਣਾ ਖੇਲ ਬੰਦ ਕਰੋ, ਔਰ ਉਹ ਲੈਟਸ ਸੇ ਕਿ ਉਹ 4 ਸਾਲ ਦਾ ਹੋ ਗਿਆ, ਤੁਸੀਂ ਬੱਚੇ ਨੂੰ ਕਹੋ ਵੀ 4 ਸਾਲ ਦਾ ਤੂੰ ਹੋ ਗਿਆ, ਆਪਣਾ ਖੇਲ ਬੰਦ ਕਰ ਤੇ ਹੁਣ ਇੱਥੇ ਡਾਈਨਿੰਗ ਟੇਬਲ ਤੇ ਆ ਕੇ ਰੋਟੀ ਖਾ ਲਾ। ਹੁਣ ਜੇ ਉਹ ਬੱਚਾ ਲਿਸਨ ਨਹੀਂ ਕਰਦਾ, ਜਿਹੜਾ ਕਿ ਅਕਸਰ ਮਾਪਿਆਂ ਦੀ ਕੰਪਲੇਂਟ ਹੁੰਦੀ ਹੈ ਕਿ ਸਾਡਾ ਬੱਚਾ ਤਾਂ ਲਿਸਨ ਹੀ ਨਹੀਂ ਕਰਦਾ, ਢੀਠ ਹੀ ਆਏ, ਤਾਂ ਇਹਨੂੰ ਤਾਂ ਜਿੰਨਾ ਮਰਜ਼ੀ ਤੁਸੀਂ ਕਹਿ ਲਓ ਇਹ ਤਾਂ ਕਰਦਾ ਹੀ ਨਹੀਂ ਕੁਛ। ਆਹ ਜਦੋਂ ਸੈਂਟੈਂਸ ਜੇ ਮੈਨੂੰ ਸੁਣਦੇ ਮੈਨੂੰ ਦੁੱਖ ਬੜਾ ਹੁੰਦਾ ਵੀ ਤੁਸੀਂ ਉਹਨੂੰ ਸਿਖਾਇਆ ਹੀ ਨਹੀਂ ਤਾਂ ਉਹ ਵਿਚਾਰਾ ਕਿਵੇਂ ਸਿੱਖ ਲੂਗਾ? ਜਿਹੜੀ ਚੀਜ਼ ਤੁਸੀਂ ਉਹਨੂੰ ਸਿਖਾ ਲਈ ਉਹ ਉਹਨੇ ਕਰਤੀ। ਮਿਸਾਲ ਦੇ ਤੌਰ ਤੇ ਗੁਰਪ੍ਰੀਤ ਜੀ ਕਿ ਹਰ ਇੱਕ ਮਾਪਾ ਬਹੁਤ ਮਿਹਨਤ ਕਰਦਾ ਬੱਚੇ ਦਾ ਡਾਇਪਰ ਛਡਾਉਣ ਨੂੰ, ਵੀ ਉਹ ਵਾਸ਼ਰੂਮ 'ਚ ਜਾ ਕੇ ਆਪਣਾ ਵਾਸ਼ਰੂਮ ਕਰੇ, ਰਾਈਟ? ਆਪਾਂ ਬਹੁਤ ਮਿਹਨਤ ਕਰਦੇ ਆ ਸਾਰੇ ਜਣੇ, ਪੂਰਾ ਪਰਿਵਾਰ ਕਈ ਵਾਰੀ ਲੱਗਿਆ ਹੁੰਦਾ ਕਿ ਬੱਚੇ ਦਾ ਡਾਇਪਰ ਛਡਾਉਣਾ ਤਾਂ ਕਿ ਇਹ ਵਾਸ਼ਰੂਮ ਜਾਣਾ ਤੇ ਇਹ ਪਹਿਲਾਂ ਹੀ ਦੱਸ ਦੇਵੇ ਕਿ ਮੈਂ ਹੁਣ ਚੱਲਿਆ ਤੇ ਭੱਜ ਕੇ ਜਾ ਕੇ ਉਹਨੂੰ ਆਪਾਂ ਉੱਥੇ ਬਿਠਾ ਲੈਂਦੇ ਆ ਜੀ। ਉਹ ਇੱਕ ਦਿਨ ਉਹਨੇ ਸਿੱਖ ਜਾਣਾ, ਇੱਕ ਦਿਨ ਉਹਨੇ ਬੜੀ ਵਧੀਆ, ਉਹਨੂੰ ਕੋਈ ਡਾਇਪਰ ਦੀ ਲੋੜ ਨਹੀਂ ਪੈਂਦੀ। ਉਹ 5-6 ਸਾਲ ਦਾ, ਅੱਬਲ ਤਾਂ ਮੇਰੇ ਖਿਆਲ 4 ਸਾਲ ਦਾ ਬੱਚਾ ਹੀ ਟ੍ਰੇਨ ਹੋ ਜਾਂਦਾ। ਸੋ 4 ਸਾਲ ਬਾਅਦ ਉਹਦੇ ਆਪਾਂ ਕੋਈ ਡਾਇਪਰ ਨਹੀਂ ਲਾਉਂਦੇ। ਪਰ ਆਪਾਂ ਨੇ ਕਦੇ ਲਿਸਨਿੰਗ ਦੇ ਬਾਰੇ ਇੰਨੀ ਤਵੱਜੋ ਨਾਲ ਬੱਚੇ ਨੂੰ ਸਿਖਾਇਆ ਜਿੰਨੀ ਤਵੱਜੋ ਨਾਲ ਅਸੀਂ ਉਹਦਾ ਡਾਇਪਰ ਛਡਾਉਂਦੇ ਆ? ਬਿਲਕੁਲ ਨਹੀਂ। ਅਸੀਂ ਤਾਂ ਬੋਲਣਾ ਸਿਖਾਉਂਦੇ ਆ, ਅਸੀਂ ਉਹਨੂੰ ਸੈਂਟੈਂਸ ਬੋਲਣਾ ਸਿਖਾਉਂਦੇ ਆ, ਉਹਦੇ ਤੇ ਅਸੀਂ ਬਾਹਰ ਜ਼ੋਰ ਲਾ ਦਿੰਦੇ ਆ ਤੇ ਕਈ ਵਾਰੀ ਅਸੀਂ ਉਹਨੂੰ ਨਾਲ ਪੰਜਾਬੀ ਵੀ ਸਿਖਾਈ ਜਾਂਦੇ ਆ, ਹਿੰਦੀ ਵੀ ਸਿਖਾਈ ਜਾਂਦੇ ਆ, ਫਿਰ ਅੰਗਰੇਜ਼ੀ ਵੀ ਲਾ ਦਿੰਦੇ ਆ। ਅਸੀਂ ਉਹਨੂੰ ਬਹੁਤ ਸਾਰੀਆਂ ਜ਼ਬਾਨਾਂ ਸਿਖਾਉਂਦੇ ਆ ਪਰ ਸੁਣਨ ਬਾਰੇ ਅਸੀਂ ਕਦੇ ਕੁਝ ਨਹੀਂ ਕੀਤਾ। ਸੋ ਇਸ ਕਰਕੇ ਜਿਹੜੀ
ਇਹ ਚ ਜਿਹੜੀ ਪ੍ਰੋਬਲਮ ਆਉਂਦੀ ਆ, ਜਿਹੜੇ ਬੱਚਿਆਂ ਦੀ ਡਿਫਿਕਲਟੀ ਆਉਂਦੀ ਆ, ਉਹ ਇਸ ਕਰਕੇ ਆਉਂਦੀ ਆ ਕਿਉਂਕਿ ਤਿੰਨ ਤਰ੍ਹਾਂ ਇਨਸਾਨ ਸਿੱਖ ਸਕਦਾ, ਇੱਕ ਦੇਖ ਕੇ, ਇੱਕ ਸੁਣ ਕੇ, ਇੱਕ ਕਰਕੇ। ਤੇ ਕੁਝ ਐਸੇ ਦੁਨੀਆ ਤੇ ਇਨਸਾਨ ਆ ਜਿਹੜੇ ਕਦੇ ਵੀ ਨਹੀਂ ਸਿੱਖਦੇ, ਪਰ ਜਿਹੜਾ ਆਮ ਤੌਰ ਤੇ ਵਿਦਵਾਨ ਇਹ ਮੰਨਦੇ ਆ ਕਿ ਜਿਹੜਾ ਬੰਦਾ ਫਾਈਨਲੀ ਸੁਣ ਕੇ ਵੀ ਨਹੀਂ ਸਿੱਖਦਾ ਔਰ ਕਰਕੇ ਵੀ ਨਹੀਂ ਸਿੱਖਦਾ, ਉਹ ਬੰਦੇ ਨੂੰ ਤੁਸੀਂ ਕੁਝ ਨਹੀਂ ਕਰ ਸਕਦੇ। ਤੇ ਉਹਦੀ ਬੇਸਿਕ ਉਹ ਇੱਥੇ ਤੱਕ ਇਸ ਕਰਕੇ ਪਹੁੰਚਿਆ ਕਿ ਉਹਦੇ ਪੇਰੈਂਟਸ ਨੇ ਸੁਣਨ ਦੇ ਉੱਤੇ ਅਹਿਮੀਅਤ ਨਹੀਂ ਦਿੱਤੀ। ਸੋ ਇਸ ਕਰਕੇ ਮਦਰਸ ਨੂੰ, ਫਾਦਰਸ ਨੂੰ, ਹੋਰ ਪਰਿਵਾਰ ਨੂੰ ਇਹ ਚਾਹੀਦਾ ਕਿ ਜਿਹੜੇ 0 ਤੋਂ 6 ਸਾਲ ਆ ਉਹਦੇ ਤੇ ਸਾਰਾ ਜ਼ੋਰ ਲਾ ਕੇ ਬੱਚੇ ਨੂੰ ਸੁਣਨਾ ਸਿਖਾਉਣ। ਵੀ ਸੁਣਨ ਦਾ ਮਤਲਬ ਆ ਕਿ ਬੇਟੇ ਤੈਨੂੰ ਕਿਹਾ ਟੈਲੀਵਿਜ਼ਨ ਬੰਦ ਕਰ ਦੇ, ਸ਼ੁੱਡ ਨਾਟ ਕੁਐਸਚਨ, ਤੁਸੀਂ ਬੰਦ ਕਰਕੇ ਤੇ ਇੱਥੇ ਆ ਕੇ ਰੋਟੀ ਖਾ ਲਓ। ਤੇ ਜੇ ਬੱਚਾ ਉਹ ਪੂਰਾ ਕੰਪਲੀਟ ਸੀਕੁਐਂਸ ਚ ਨਹੀਂ ਕਰਦਾ, ਇਹਦਾ ਮਤਲਬ ਸਾਡੇ ਚ ਬੱਚੇ ਚ ਘਾਟ ਰਹਿ ਜੂਗੀ ਤੇ ਹੁਣ ਪ੍ਰੋਬਲਮ ਆਉਣਗੀਆਂ। ਜੀ ਜੀ, ਇਹ ਮੋਟਾ ਸਾਹਿਬ, ਇਹ ਹੋ ਸਕਦਾ ਸਵਾਲ ਮੇਰਾ ਥੋੜ੍ਹਾ ਜਿਹਾ ਇਸ ਏਜ ਤੋਂ ਬਾਅਦ ਦਾ ਹੋਵੇ, ਪਰ ਇਹ ਕਈਆਂ ਦੇ ਦਿਮਾਗ 'ਚ ਆ ਜਾਣਾ ਹੈ ਕਿਉਂਕਿ ਹੁਣ ਜਿਹੜੇ ਬੱਚੇ ਦੀ ਏਜ 6 ਸਾਲ ਤੋਂ ਉੱਪਰ ਵੱਧ ਗਈ, ਉਹਦੇ ਦਿਮਾਗ 'ਚ ਆਊਗਾ ਵੀ ਉਹ ਹੁਣ ਤੇ ਮੇਰਾ ਜਵਾਕ 8 ਸਾਲਾਂ ਦਾ ਹੋ ਗਿਆ, ਹੁਣ ਇਹ 10 ਦਾ ਹੋ ਗਿਆ, ਹੁਣ ਇਹ 12 ਦਾ ਹੋ ਗਿਆ, ਹੁਣ ਪਿੱਛੇ ਉਹ ਜਾ ਨਹੀਂ ਸਕਦਾ। ਉਹ ਕਿਹੜਾ ਕੈਸਟ ਹੈ ਵੀ ਆਪਾਂ ਘੁਮਾ ਕੇ ਰਿਵਾਈਂਡ ਕਰ ਲਾਂਗੇ। ਇਹ ਬਾਅਦ 'ਚ ਚੇਂਜ ਹੋ ਸਕਦੀ ਗੱਲ ਕਿ ਨਹੀਂ? ਤੁਹਾਡੇ ਹਿਸਾਬ ਨਾਲ ਹੱਥ ਖੜੇ ਹੀ ਆ, ਫਿਰ ਜੋ ਹੋ ਗਿਆ ਸੋ ਹੋ ਗਿਆ। ਨਹੀਂ, ਇਹ ਹੋ ਸਕਦੀ ਆ। ਦੇਖੋ, ਜਦੋਂ ਅਸੀਂ ਸੋਸ਼ਲ ਵਰਕ ਦੀ ਡਿਗਰੀ ਲੈਂਦੇ ਆ, ਸਾਡਾ 6 ਮਹੀਨੇ ਦਾ ਕੋਰਸ ਹੁੰਦਾ, ਉਹਨੂੰ ਐਕਟਿਵ ਲਿਸਨਿੰਗ ਕਹਿੰਦੇ ਆ। ਸੋ ਐਕਟਿਵ ਲਿਸਨਿੰਗ ਦਾ ਮਤਲਬ ਆ ਕਿ ਉਹਦੇ ਚ ਬੜੀਆਂ, ਜਾਨੀ ਪ੍ਰੋਫੈਸਰ ਨਾ ਬੜੀਆਂ ਐਕਟੀਵਿਟੀਜ਼ ਦਿੰਦਾ ਸਾਨੂੰ ਵੀ ਤੁਸੀਂ ਸੁਣਿਆ ਕੀ ਆ। ਸਾਨੂੰ ਜਾਨੀ ਕੇਸ ਸਿਨੈਰੀਓਜ਼ ਟੈਲੀਵਿਜ਼ਨ ਤੇ ਦਿਖਾਇਆ ਜਾਂਦਾ ਸਕਰੀਨ ਤੇ, ਸਾਨੂੰ ਫਿਰ ਸਾਰੇ ਸਟੂਡੈਂਟਸ ਨੂੰ ਕਿਹਾ ਜਾਂਦਾ ਵੀ ਤੁਸੀਂ ਲਿਖੋ ਤੁਸੀਂ ਸੁਣਿਆ ਕੀ, ਰਾਈਟ। ਉਹ 5 ਮਿੰਟ ਦੀ ਹੁੰਦੀ ਕੇਸ ਸਟੱਡੀ, ਤੇ ਅਸੀਂ ਆਪਣੇ ਵਿਚਾਰਾਂ ਨਾਲ ਉਹਨੂੰ ਫਿਰ ਪ੍ਰੋਫੈਸਰ ਨੂੰ ਦੱਸਦੇ ਆ ਵੀ ਮੈਂ ਆ ਸੁਣਿਆ, ਤੇ ਉਹ ਕਹਿੰਦਾ ਇਹ ਤਾਂ ਗਲਤ ਆ, ਤੁਸੀਂ ਇਹ ਤਾਂ ਉਹਨੇ ਕਿਹਾ ਹੀ ਨਹੀਂ, ਤੁਸੀਂ ਐਵੇਂ ਕੋਲੇ ਕਿਉਂ ਲਾਈ ਜਾਂਦੇ ਹੋ। ਤੇ ਉਦੋਂ ਬੜੀ ਹੈਰਾਨੀ ਹੁੰਦੀ ਆ, ਫਿਰ ਉਹ ਰੀਪਲੇ ਕਰਕੇ ਤੁਹਾਨੂੰ ਸੁਣਾਦਾ ਤੇ ਤੁਸੀਂ ਹੈਰਾਨ ਹੋ ਜਾਂਦੇ ਹੋ ਵੀ ਜੋ ਕੁਝ ਉਸ ਬੰਦੇ ਨੇ ਉਸ ਵੀਡੀਓ 'ਚ ਕਿਹਾ, ਤੁਸੀਂ ਤਾਂ ਕੁਝ ਹੋਰ ਹੀ ਸੁਣੀ ਬੈਠੇ ਹੋ, ਤੁਸੀਂ ਤਾਂ ਆਪਣੀਆਂ ਇੰਟਰਪ੍ਰੀਟੇਸ਼ਨ ਕਰੀ ਜਾਂਦੇ ਹੋ ਉਸ ਦੇ ਸੁਣਨ ਦੀਆਂ। ਉਹ ਜੋ ਕੁਝ ਕਹਿੰਦਾ ਸੀ ਉਹ ਤੁਸੀਂ ਸੁਣਿਆ ਹੀ ਨਹੀਂ। ਸੋ ਸਾਨੂੰ ਵੀ ਉਸ ਉਮਰ ਦੇ ਵਿੱਚ ਵੀ ਸਾਨੂੰ ਐਕਟਿਵ ਲਿਸਨਿੰਗ ਕਰਨੀ ਪੈਂਦੀ ਆ, ਕਿਉਂਕਿ ਜੇ ਅਸੀਂ ਸੁਣਾਂਗੇ ਨਹੀਂ ਤੇ ਅਸੀਂ ਲੋਕਾਂ ਦੀਆਂ ਪ੍ਰੋਬਲਮਸ ਅੰਡਰਸਟੈਂਡ ਕਿਵੇਂ ਕਰਾਂਗੇ ਤੇ ਉਹਨਾਂ ਨੂੰ ਸਹੀ ਕਿਵੇਂ ਗਾਈਡ ਕਰਾਂਗੇ। ਸੋ ਇਹ ਮੇਰਾ ਖਿਆਲ 'ਚ ਸਿੱਖਿਆ ਜਾ ਸਕਦਾ। ਬਿਲਕੁਲ ਥੋੜੀ ਜਿਹੀ ਮਿਹਨਤ ਕਰਨੀ ਪਊਗੀ। ਜੇ ਬੱਚਾ ਮਤਲਬ ਕਿ ਨਹੀਂ, ਤੁਹਾਡਾ ਲੈਟਸ ਸੇ 8 ਸਾਲ ਦਾ ਹੋ ਗਿਆ ਔਰ ਤੁਹਾਨੂੰ ਪਤਾ ਵੀ ਉਹ ਕਹਿਣਾ ਨਹੀਂ ਮੰਨਦਾ ਔਰ ਉਹ ਲਿਸਨ ਨਹੀਂ ਕਰਦਾ ਔਰ ਉਹ ਸੁਣਦਾ ਨਹੀਂ, ਤੇ ਉਹਦੀਆਂ ਟੈਕਨੀਕਸ ਹੈਗੀਆਂ, ਉਹਦੀਆਂ ਐਕਸਰਸਾਈਜ਼ਸ ਹੈਗੀਆਂ, ਉਹਦੇ ਨਾਲ ਆਪਾਂ ਉਹਦੀ ਬੇਸਿਕ ਪਰਸਨੈਲਿਟੀ ਨੂੰ ਉਧਰਲੇ ਪਾਸੇ ਨੂੰ ਆਪਾਂ ਮੋੜਨਾ ਸ਼ੁਰੂ ਕਰੀਏ ਤਾਂ ਕਿ ਉਹ ਇਸ ਚੀਜ਼ ਦੀ ਤਵੱਜੋ ਕਰੇ, ਇਸ ਚੀਜ਼ ਦੇ ਉੱਤੇ ਇੰਪੋਰਟੈਂਸ ਦੇਵੇ ਕਿ ਜੇ ਮੈਂ ਨਾ ਸੁਣਿਆ ਮੈਂ ਵਧੂੰਗਾ ਨਹੀਂ, ਮੈਂ ਉੱਥੇ ਨਹੀਂ ਪਹੁੰਚੂਗਾ ਜਿੱਥੇ ਮੈਨੂੰ ਪਹੁੰਚਣਾ ਚਾਹੀਦਾ ਸੀ। ਬਿਲਕੁਲ ਸਹੀ। ਆਪਾਂ ਪਰਸਨੈਲਿਟੀ ਡਿਵੈਲਪਮੈਂਟ ਦੇ ਨਾਲ ਡਿਸਿਪਲਿਨ ਦੀ ਗੱਲ ਜ਼ਰੂਰ ਕਰੀਏ, ਕਿਉਂਕਿ ਮੇਰਾ ਖਿਆਲ ਇਹ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਆ ਜਿਹਦੇ ਵੱਲ ਜੇ ਸ਼ੁਰੂ ਤੋਂ ਧਿਆਨ ਦਿੱਤਾ ਜਾਵੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਵੀ ਹਾਂਜੀ ਜੇ ਉਹਦੀਆਂ ਕੋਈ ਡੇਲੀ ਨੀਡਸ ਨੇ ਉਹਦੇ ਵਾਲੇ ਪਾਸੇ ਉਹਨੂੰ ਪਤਾ ਲੱਗੇ ਕਿ ਆਹ ਕੰਮ ਮੈਂ ਇਸ ਤਰਤੀਬ 'ਚ ਕਰਨਾ, ਮੈਂ ਇਸ ਤਰਤੀਬ 'ਚ ਕਰਨਾ, ਇੱਥੇ ਮੈਂ ਬੈਠਣਾ, ਇੱਥੇ ਮੈਂ ਉੱਠਣਾ, ਇੱਥੇ ਮੈਂ ਖੜ੍ਹਨਾ। ਇਹ ਜਿਹੜਾ ਅਨੁਸ਼ਾਸਨ ਹੈ, ਡਿਸਿਪਲਿਨ ਹੈ, ਇਹ ਡਿਵੈਲਪ ਕਿਵੇਂ ਕੀਤਾ ਜਾ ਸਕਦਾ ਜੀ? ਸੋ ਇਹਦੇ 'ਚ 2 ਮੇਜਰ ਇਸ਼ੂ ਗੁਰਪ੍ਰੀਤ ਜੀ ਸਾਹਮਣੇ ਆਉਂਦੇ ਆ। ਇੱਕ ਹੈਗੀ ਆ ਰੋਲ ਮਾਡਲਿੰਗ, ਪੇਰੈਂਟਸ ਦੀ ਰੋਲ ਮਾਡਲਿੰਗ, ਪੇਰੈਂਟਸ ਰੋਲ ਮਾਡਲ ਕਿਵੇਂ ਕਰਦੇ ਆ। ਦੂਜੀ ਹੈਗੀ ਆ ਕਿ ਬੱਚੇ ਦਾ ਸਰਟਨ ਨਿਯਮ ਅਨੁਸਾਰ ਜ਼ਿੰਮੇਵਾਰੀ ਥੋਪਣੀ, ਉਮਰ ਦੇ ਹਿਸਾਬ ਨਾਲ ਤੇ ਨਿਯਮ ਅਨੁਸਾਰ। ਮਿਸਾਲ ਦੇ ਤੌਰ ਤੇ ਬੱਚਾ ਸਵੇਰੇ ਉੱਠਦਾ, ਕੀ ਅਸੀਂ ਉਹਨੂੰ ਜਗਾਉਂਦੇ ਆ? ਕਦੋਂ ਤੁਹਾਡਾ ਬੱਚਾ ਆਪਣੇ ਆਪ ਉੱਠਣ ਦੇ ਕਾਬਿਲ ਹੋ ਜਾਂਦਾ? ਕੀ ਉਹ 7 ਸਾਲ ਦਾ ਹੋ ਜਾਂਦਾ? ਕੀ ਉਹ 12 ਸਾਲ ਦਾ ਹੋ ਜਾਂਦਾ? ਤੇ ਕਈ ਮੈਂ ਇਹੋ ਜਿਹੇ ਬੱਚੇ ਵੀ ਦੇਖੇ ਆ ਜਿਹੜੇ ਯੂਨੀਵਰਸਿਟੀ ਜਾਂਦੇ ਆ ਤੇ ਉਹਨਾਂ ਨੂੰ ਮਾਵਾਂ ਹਜੇ ਵੀ ਉਠਾਉਂਦੀਆਂ। ਸੋ ਕੁਐਸਚਨ ਹੈਗਾ ਕਿ ਉਹ ਬੱਚੇ ਨੇ ਆਪਣੀ ਜ਼ਿੰਮੇਵਾਰੀ ਕਦੋਂ ਉਠਾਣੀ ਹੈ ਤੇ ਕੀ ਮਾਪਿਆਂ ਨੇ ਲਿੱਤੀ ਹੋਈ ਆ ਉਹ ਜ਼ਿੰਮੇਵਾਰੀ। ਹੁਣ ਕਈ ਵਾਰੀ ਤੁਸੀਂ ਵੀ ਦੇਖਿਆ ਹੋਣਾ ਗੁਰਪ੍ਰੀਤ ਜੀ ਕਿ ਤੁਸੀਂ ਅਗਰ ਮਤਲਬ ਕਿ ਵੈਨਕੂਵਰ 'ਚ ਕਿਸੇ ਦੇ ਘਰ ਜਾਂਦੇ ਹੋ ਤਾਂ ਉਹਦੇ 'ਚ ਆਮ ਤੌਰ ਤੇ ਹੁੰਦਾ ਵੀ ਮਾਪੇ ਹੀ ਸਾਰੇ ਬੱਚਿਆਂ ਨੂੰ ਯਾਦ ਕਰਾਈ ਜਾਂਦੇ ਆ ਵੀ ਤੁਸੀਂ ਹੁਣ ਉੱਠ ਖੜੋ, ਤੁਸੀਂ ਹੁਣ ਪੜ੍ਹ ਲਓ, ਤੁਸੀਂ ਨਹਾ ਲਓ, ਆ ਜਾਓ ਅੰਕਲ ਜੀ, ਸਤਿ ਸ੍ਰੀ ਅਕਾਲ ਕਰੋ, ਇਹਨਾਂ ਨੂੰ ਕੋਲੇ ਬੈਠੋ, ਪੁੱਛੋ, ਹੈ ਨਾ। ਅਸੀਂ ਜਾਂਦੇ ਆ ਤੇ ਉਹ ਮਕੈਨਿਕਲੀ ਫਾਲੋ ਕਰੀ ਜਾਂਦੇ ਆ। ਆਹ ਜਿਹੜਾ ਕਨਸੈਪਟ ਆ ਇਹ ਨਹੀਂਗਾ। ਇਹਦਾ ਮਤਲਬ ਬੱਚੇ ਨੇ ਕੁਝ ਨਹੀਂ ਸਿੱਖਿਆ, ਤਾਂ ਤੁਸੀਂ ਕਹਿੰਦੇ ਹੋ ਤੇ ਜੇ ਤੁਸੀਂ ਨਾ ਕਹੋ ਉਹਨੇ ਨਹੀਂ ਸੀ ਕਰਨਾ, ਇਹਦਾ ਮਤਲਬ ਉਹਦੇ ਅੰਦਰੋਂ ਤਾਂ ਕੁਝ ਵੀ ਨਹੀਂ ਹੋਇਆ, ਉਹਦਾ ਤਾਂ ਕੁਝ ਵੀ ਨਹੀਂ ਡਿਸਿਪਲਿਨ ਕੀਤਾ। ਸੋ ਉਸ ਸੈਂਸ ਦੇ ਵਿੱਚ ਡਿਸਿਪਲਿਨ ਦਾ ਭਾਵ ਹੈਗਾ ਕਿ ਆਪਾਂ ਰੋਲ ਮਾਡਲਿੰਗ ਕਰੀਏ। ਸੋ ਜਿਹੜੇ ਪਹਿਲੇ 6 ਸਾਲ ਆ ਇਸ ਕਰਕੇ ਇੰਪੋਰਟੈਂਟ ਆ ਵੀ ਜੇ ਪਹਿਲੇ 6 ਸਾਲਾਂ ਦੇ ਵਿੱਚ ਤੁਹਾਡੇ ਘਰ 'ਚ ਗੈਸਟ ਆਇਆ,
ਕੀ ਤੁਹਾਡਾ 4 ਸਾਲ ਦਾ 5 ਸਾਲ ਦਾ 6 ਸਾਲ ਦਾ ਬੱਚਾ ਸਤਿ ਸ੍ਰੀ ਅਕਾਲ ਕਰਦਾ ਕਹਿੰਦਾ ਅੰਕਲ ਜੀ ਆਓ ਇੱਥੇ ਬੈਠੋ ਤੁਸੀਂ, ਹੋਰ ਅੰਕਲ ਜੀ ਤੁਹਾਡਾ ਕੀ ਹਾਲ ਸੀ? ਹੁਣ 6 ਸਾਲ ਦਾ ਬੱਚਾ ਜੇ ਬੋਲਦਾ ਤਾਂ ਕੀ ਉਹ ਅੰਕਲ ਨਾਲ ਨਹੀਂ ਬੋਲ ਸਕਦਾ? ਬੋਲ ਸਕਦਾ, ਪ੍ਰੋਵਾਈਡਡ ਤੁਸੀਂ ਉਹਨੂੰ ਟ੍ਰੇਨ ਕੀਤਾ ਹੋਵੇ ਤਾਂ ਬੋਲੂਗਾ। ਜੇ ਤੁਸੀਂ ਉਹਨੂੰ ਟ੍ਰੇਨ ਨਹੀਂ ਕੀਤਾ ਤੇ ਉਹਨੇ ਬੱਚੇ ਨੇ ਮਦਰ ਨੇ ਕਹਤਾ ਅੰਕਲ ਜੀ ਆਏ ਆ ਸਤਿ ਸ੍ਰੀ ਅਕਾਲ ਕਰੋ, ਉਹਨੇ ਫਟਾਫਟ ਸਤਿ ਸ੍ਰੀ ਅਕਾਲ ਕੀਤੀ, ਉਦੋਂ ਬਾਅਦ ਲੈ ਇਹ ਤਾਂ ਕੋਲੇ ਬਹਿੰਦਾ ਹੀ ਨਹੀਂ, ਇਹ ਤਾਂ ਮੁੰਡਾ ਟਿਕਦਾ ਹੀ ਨਹੀਂ, ਇੰਜ ਕਰਕੇ ਤੁਸੀਂ ਸਾਰਤਾ ਤਾਂ ਫਿਰ ਨੈਚੁਰਲੀ ਉਹਨੇ ਕਹਿਣਾ ਵੀ ਮੇਰੀ ਤਾਂ ਲੋੜ ਹੀ ਨਹੀਂ ਗਈ, ਮੈਂ ਤਾਂ ਬਸ ਨਿਕਲ ਜਾਣਾ ਸਤਿ ਸ੍ਰੀ ਅਕਾਲ ਕਰਕੇ, ਦੈਟਸ ਮਾਈ ਰੋਲ। ਸੋ ਉਸ ਸੈਂਸ ਜਿਹੜਾ ਡਿਸਿਪਲਿਨ ਦਾ ਤੁਸੀਂ ਪਾਰਟ ਕੀਤਾ, ਇੱਕ ਇਹ ਰੋਲ ਮਾਡਲਿੰਗ ਤੇ ਬਹੁਤ ਡਿਪੈਂਡ ਕਰਦਾ, ਇਹ ਪੇਰੈਂਟਸ ਨੂੰ ਰੋਲ ਮਾਡਲਿੰਗ ਕਰਨੀ ਪੈਂਦੀ ਆ ਤੇ ਫਿਰ ਬੱਚਾ ਫਾਲੋ ਕਰਦਾ। ਇੱਕ ਚੀਜ਼ ਡਿਸਿਪਲਿਨ ਕੀ ਬੱਚੇ ਨੇ ਆਪਣੇ ਆਪ ਉੱਠਣਾ, ਕੀ ਬੱਚੇ ਨੇ ਫਿਰ ਆਪਣਾ ਬਰਸ਼ ਕਰਨਾ, ਆਪਣੇ ਕੱਪੜੇ ਜਿਹੜੇ ਉਹਦੇ ਹੈਗੇ ਆ ਉਹਨੇ ਲਾਏ ਆ, ਕੀ ਉਹਨੇ ਟੰਗੇ ਆ, ਫਰਸ਼ ਤੇ ਸੁੱਟੇ ਆ, ਕੀ ਉਹਨੇ ਥੱਲੇ ਆ ਕੇ ਆਪਣਾ ਬ੍ਰੇਕਫਾਸਟ ਬਣਾਉਣਾ, ਕੀ ਉਹਨੇ ਤੁਹਾਡਾ ਖਾਣਾ, ਕੀ ਤੁਸੀਂ ਉਹਨੂੰ ਪੁੱਛਿਆ ਵੀ ਬ੍ਰੇਕਫਾਸਟ 'ਚ ਕੀ ਬਣਾਈਏ? ਇਹ ਤਾਂ ਨਹੀਂ ਹੋਊਗਾ ਕਿ ਤੁਸੀਂ ਉਹਨੂੰ ਆਮਲੇਟ ਬਣਾਤਾ ਤੇ ਉਹ ਕਹੂਗਾ ਨਹੀਂ ਮੈਂ ਤਾਂ ਆਂਡੇ ਖਾਣੇ ਨਹੀਂ ਗੇ, ਮੈਂ ਤਾਂ ਅੱਜ ਸੀਰੀਅਲ ਖਾਣਾ। ਜੇ ਤੁਸੀਂ ਸੀਰੀਅਲ ਬਣਾਤਾ ਤਾਂ ਉਹ ਕਹੂਗਾ ਨਹੀਂ ਅੱਜ ਮੈਨੂੰ ਆਂਡੇ ਬਣਾ ਕੇ ਦਿਓ। ਸੋ ਇਹ ਜਿਹੜੀਆਂ ਸਾਰੀਆਂ ਡਿਸਿਪਲਿਨ ਦੀਆਂ ਜਿਹੜੀਆਂ ਬੁਨਿਆਦੀ ਤੌਰ ਤੇ ਜਿਹੜੇ ਇਸ਼ੂਜ਼ ਉੱਭਰ ਕੇ ਆਉਂਦੇ ਆ ਆਪਣੇ ਘਰਾਂ ਦੇ ਵਿੱਚ, ਉਹ ਇਸ ਕਰਕੇ ਆਉਂਦੇ ਆ ਕਿਉਂਕਿ ਅਸੀਂ ਰੋਲ ਮਾਡਲਿੰਗ ਨਹੀਂ ਉਹਨਾਂ ਬੱਚਿਆਂ ਦੀ ਕੀਤੀ। ਉਹਨਾਂ ਨੂੰ ਅਗਰ ਅਸੀਂ ਸਵੇਰੇ ਉੱਠ ਕੇ ਉਹਨਾਂ ਨੂੰ ਦੱਸੀਏ ਵੀ ਜੇ ਤੁਸੀਂ ਜਿਹੜਾ ਕੁਝ ਖਾਣਾ, ਤੁਸੀਂ ਉੱਠਦੇ ਸਾਰੀ ਮੰਮੀ ਨੂੰ ਕਹਿ ਦਿਓ ਕਿ ਮਮਾ ਤੁਸੀਂ ਪਲੀਜ਼ ਮੈਨੂੰ ਆਂਡਾ ਬਣਾ ਦਿਓ, ਅੱਜ ਮੇਰਾ ਆਂਡਾ ਖਾਣ ਨੂੰ ਜੀ ਕਰਦਾ, ਜਾਂ ਅੱਜ ਮਮਾ ਮੈਨੂੰ ਆਂਡਾ ਨਾ ਬਣਾਇਓ, ਅੱਜ ਮੈਂ ਸੀਰੀਅਲ ਖਾਊਂਗਾ, ਜਾਂ ਅੱਜ ਮੈਂ ਮਮਾ ਕੁਝ ਨਹੀਂ ਖਾਣਾ ਮੈਂ ਫਰੂਟ ਖਾਊਂਗਾ। ਸੋ ਵਟਐਵਰ ਯੂ ਵਾਂਟ ਟੂ ਡੂ, ਜੇ ਅਸੀਂ ਉਹਨਾਂ ਦੀ ਰੋਲ ਮਾਡਲਿੰਗ ਨਹੀਂ ਕਰਾਂਗੇ ਇੰਜ, ਤਾਂ ਉਹਨਾਂ ਨੇ ਡਿਸਿਪਲਿਨ 'ਚ ਨਹੀਂ ਆਉਣਾ ਤੇ ਫਿਰ ਤੁਹਾਡੀ ਜ਼ਿੰਮੇਵਾਰੀ ਬਣ ਜੂਗੀ ਉਹਨਾਂ ਦੇ ਮਗਰ ਤੁਰਨਾ, ਮਗਰ ਉਹਨਾਂ ਨੂੰ ਯਾਦ ਕਰਾਉਣਾ, ਤੇ ਉਹ ਫਿਰ ਕੋਈ ਡਿਸਿਪਲਿਨ ਨਾ ਹੋਇਆ, ਉਹ ਤਾਂ ਫਿਰ ਦੂਸਰਾ ਹੋਇਆ। ਸਾਡੀ ਚੀਜ਼ ਹੈਗੀ ਕਿ ਜਦੋਂ ਗੁਰਪ੍ਰੀਤ ਜੀ ਕੋਈ ਬੱਚਾ ਗਲਤ ਕਰਦਾ, ਔਰ ਬੱਚਿਆਂ ਨੇ ਗਲਤੀ ਕਰਨੀ ਹੋਈ ਆ ਕਿਉਂਕਿ ਹਜੇ ਐਕਸਪੀਰੀਅੰਸ ਨਹੀਂ ਜ਼ਿੰਦਗੀ ਦਾ, ਔਰ ਗਲਤੀਆਂ ਕਦੋਂ ਤੱਕ ਕਰਦਾ ਬੱਚਾ? ਗਲਤੀਆਂ ਕਰਦਾ ਮੁੰਡੇ ਕਰਦੇ ਆ 23 ਸਾਲ ਤੱਕ, ਕੁੜੀਆਂ ਕਰਦੀਆਂ 21 ਸਾਲ ਤੱਕ, ਕਿਉਂਕਿ ਜਿਹੜਾ ਮੱਥੇ ਦੇ ਪਿੱਛੇ ਦਿਮਾਗ ਆ ਆਪਣਾ, ਜਿਹਨੂੰ ਆਪਾਂ ਕਮਾਂਡ ਸੈਂਟਰ ਕਹਿੰਦੇ ਆ, ਜਿੱਥੇ ਸਾਰੇ ਨਿਰਣੇ ਲਏ ਜਾਂਦੇ ਆ, ਜਿੱਥੇ ਤੁਹਾਨੂੰ ਕਾਜ਼ ਐਂਡ ਇਫੈਕਟ ਹੁੰਦਾ, ਉਹ ਮੱਥੇ ਦੇ ਪਿੱਛੇ ਬ੍ਰੇਨ ਆ। ਉਹ ਜਿਹੜਾ ਬ੍ਰੇਨ ਆ ਉਹ ਕੁੜੀਆਂ ਦਾ ਪਹਿਲਾਂ ਡਿਵੈਲਪ ਹੋ ਜਾਂਦਾ, 2 ਸਾਲ ਮੁੰਡਿਆਂ ਦਾ ਬਾਅਦ 'ਚ ਹੁੰਦਾ। ਸੋ ਅਪਰੋਕਸੀਮੇਟਲੀ 23 ਸਾਲ ਦੇ ਬਾਅਦ ਮੁੰਡਿਆਂ ਦਾ ਉਹ ਡਿਵੈਲਪ ਹੁੰਦਾ, 21 ਸਾਲ ਦੇ ਬਾਅਦ ਕੁੜੀਆਂ ਦਾ ਡਿਵੈਲਪ ਹੁੰਦਾ ਅਪਰੋਕਸੀਮੇਟਲੀ। ਲੇਕਿਨ ਅਸੀਂ ਸਾਰਿਆਂ ਨਾਲ ਜ਼ਿਆਦਾ ਕਲੇਸ਼ ਕਦੋਂ ਕਰਦੇ ਹਾਂ ਬੱਚਿਆਂ ਨਾਲ? ਜਦੋਂ ਬੱਚਾ ਹੁੰਦਾ 18-19 ਸਾਲ ਦਾ, ਉਹਦਾ ਹਜੇ ਬ੍ਰੇਨ ਡਿਵੈਲਪ ਨਹੀਂ ਹੋਇਆ ਹੁੰਦਾ ਮੱਥੇ ਦੇ ਪਿੱਛੇ ਦਾ, ਤੇ ਉਹ ਰਿਸਕ ਬਹੁਤ ਲੈਂਦਾ, ਤੇ ਅਸੀਂ ਉਹਦੇ ਨਾਲ ਬਹਿਸਦੇ ਹਾਂ, ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਲੇਕਿਨ ਉਹਦਾ ਵਿਚਾਰੇ ਦਾ ਬ੍ਰੇਨ ਹੀ ਨਹੀਂ ਡਿਵੈਲਪ ਹੋਇਆ ਕਾਜ਼ ਐਂਡ ਇਫੈਕਟ ਵਾਲਾ, ਵੀ ਜੇ ਤੂੰ ਗੱਡੀ ਚਲਾਏਗਾ ਤਾਂ ਤੈਨੂੰ ਟਿਕਟ ਮਿਲੂ ਜਾਂ ਤੇਰਾ ਐਕਸੀਡੈਂਟ ਹੋ। ਆਹ ਸਮਝਣ ਦੀ ਉਹਦੀ ਸਮਰੱਥਾ ਨਹੀਂ ਗਈ ਹਜੇ। ਉਹਨੂੰ ਪਤਾ ਵੀ ਐਕਸੀਡੈਂਟ ਹੋ ਸਕਦਾ ਸਪੀਡ ਨਾਲ, ਪਰ ਉਹ ਆਪਣੇ ਤੇ ਕਨਵਰਟ ਨਹੀਂ ਕਰਦਾ ਵੀ ਮੈਂ ਜੇ ਗੱਡੀ ਤੇਜ਼ ਚਲਾਈ ਤਾਂ ਮੇਰਾ ਐਕਸੀਡੈਂਟ ਹੋ ਜੂ, ਐ ਨਹੀਂ ਉਹ ਕਰਦਾ। ਇਹ ਉਨੀ ਹੀ ਪ੍ਰੋਬਲਮੈਟਿਕ ਆ ਸਾਈਕੋਲੋਜੀ ਦੇ ਵਿੱਚ ਗੁਰਪ੍ਰੀਤ ਜੀ, ਜਿੰਨੀ ਪ੍ਰੋਬਲਮ ਹੈਗੀ ਆ ਕਿ ਮੈਂ ਮੰਨਦਾ ਕਿ ਸਮੋਕਿੰਗ ਨਾਲ ਕੈਂਸਰ ਹੋ ਜਾਂਦੀ ਆ, ਪਰ ਮੈਨੂੰ ਨਹੀਂ ਹੋਣੀ। ਇਹ ਉਨੀ ਪ੍ਰੋਬਲਮ ਹੀ ਹੈ ਸਾਈਕੋਲੋਜੀ ਦੇ ਵਿੱਚ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਇਹ ਤਾਂ ਪਤਾ ਵੀ ਜੇ ਮੈਂ ਬਹੁਤ ਤੇਜ਼ ਗੱਡੀ ਚਲਾਈ ਤਾਂ ਮੈਨੂੰ ਪੁਲਿਸ ਵਾਲੇ ਨੇ ਪਕੜ ਕੇ ਤੇ ਟਿਕਟ ਦੇ ਦੇਣਾ, ਤੇ ਜਾਂ ਮੇਰੇ ਤੋਂ ਕਾਰ ਨਾ ਸਮਝੀ ਤੇ ਐਕਸੀਡੈਂਟ ਹੋਊਗਾ, ਤੇ ਜਾਂ ਮੈਂ ਮਰੂ ਜਾਂ ਕਿਸੇ ਨੂੰ ਮਾਰੂ, ਤੇ ਜੇ ਨਾ ਹੋਇਆ ਤਾਂ ਫਿਰ ਕਾਰ ਤਾਂ ਜਮੇ ਟੁੱਟ ਜੂਗੀ ਨਾ। ਇਹ ਉਹਨਾਂ ਨੂੰ ਥਿਓਰੀਟਿਕਲੀ ਪਤਾ, ਪਰ ਪ੍ਰੈਕਟੀਕਲੀ ਉਹ ਕਹਿੰਦੇ ਨਹੀਂ ਲੈ ਮੈਂ ਤਾਂ ਕਹਿੰਦਾ ਇੰਨਾ ਵਧੀਆ ਡਰਾਈਵਰ ਆ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਕਾਰ ਆਊਟ ਆਫ ਕੰਟਰੋਲ ਹੋ ਜੇ। ਉਹਨਾਂ ਦੀ ਆ ਜਿਹੜੀ ਕਾਜ਼ ਐਂਡ ਇਫੈਕਟ ਦੀ ਥਿੰਕਿੰਗ ਹਜੇ ਡਿਵੈਲਪ ਨਹੀਂ ਹੋਈ। ਇਸ ਕਰਕੇ ਤੁਸੀਂ ਦੇਖੋਗੇ ਕਿ ਇੰਡੀਆ 'ਚ ਵੀ ਤੇ ਆਪਣੇ ਕੈਨੇਡਾ 'ਚ ਵੀ ਟੀਨ ਏਜ ਦੀ ਇੰਸ਼ੋਰੈਂਸ ਬਹੁਤ ਮਹਿੰਗੀ ਆ, ਕਿਉਂਕਿ ਉਹ ਹਟਦੇ ਨਹੀਂ ਕਾਰ ਚਲਾਉਣੋਂ। ਔਰ ਉਹ ਕਿਉਂ ਨਹੀਂ ਹਟਦੇ? ਕਿਉਂਕਿ ਜਦੋਂ ਬੱਚਾ 6 ਸਾਲ ਦਾ ਸੀ ਉਦੋਂ ਅਸੀਂ ਉਹਨਾਂ ਦਾ ਡਿਸਿਪਲਿਨ ਨਹੀਂ ਕੀਤਾ ਕਿ ਸਰਟਨ ਚੀਜ਼ਾਂ ਏਜ ਅਪਰੋਪਰੀਏਟ ਹੋਣੀਆਂ। ਔਰ ਇਹ ਵੀ ਇਹਦੇ ਫਾਈਨਲ ਪੁਆਇੰਟ ਮੈਂ ਗੁਰਪ੍ਰੀਤ ਜੀ ਇਹਦੇ ਨਾਲ ਇਹ ਲਾਣਾ ਚਾਹਨਾ ਕਿ ਕਈ ਪੇਰੈਂਟਸ ਇਹ ਕਹਿੰਦੇ ਆ ਵੀ ਅਸੀਂ ਆਪਣੇ ਬੱਚਿਆਂ ਨੂੰ ਕਿਹਾ ਵੀ ਤੁਸੀਂ ਬਾਹਰ ਜਾ ਕੇ ਵੀ ਤਾਂ ਪੀਓਗੇ, ਸਾਡੇ ਨਾਲ ਬੈਠ ਕੇ ਪੀ ਲਿਆ ਕਰੋ, ਔਰ ਹਜੇ ਏਜ ਨਹੀਂ ਹੋਈ ਹੁੰਦੀ। ਸੋ ਜਿਹੜੀ ਕੈਨੇਡਾ ਦੀ ਲੀਗਲ ਏਜ ਅਗਰ ਮਤਲਬ ਕਿ 18 ਆ ਜਾਂ 19 ਆ, ਮੈਨੂੰ ਐਗਜ਼ੈਕਟਲੀ ਨਹੀਂ ਚੇਤਾ ਹੁਣ ਇਸ ਵਕਤ, ਪਰ ਜੇ ਉਸ ਏਜ ਤੋਂ ਬੱਚਾ ਥੱਲੇ ਆ ਤੇ ਤੁਸੀਂ ਉਹਨੂੰ ਕਹਿੰਦੇ ਆ ਵੀ ਤੂੰ ਮੇਰੇ ਨਾਲ ਪੀ ਲਿਆ ਕਰ, ਇਹ ਤੁਸੀਂ ਉਸ ਡਿਸਿਪਲਿਨ ਨੂੰ, ਜਿਹੜਾ ਸੁਸਾਇਟੀ ਦਾ ਡਿਸਿਪਲਿਨ ਆ, ਉਹਦੀ ਤੁਸੀਂ ਉਲੰਘਣਾ ਕਰ ਰਹੇ ਹੋ। ਇਹ ਤੁਹਾਨੂੰ ਕਰਨੀ। ਸੋ ਉਸ ਸੈਂਸ
ਵਿੱਚ ਜਦੋਂ ਬੱਚੇ ਮੈਰੀਜੁਆਨਾ ਸਮੋਕ ਕਰਦੇ ਆ, ਕਿਉਂਕਿ ਕੈਨੇਡਾ 'ਚ ਲੀਗਲ ਆ ਮੈਰੀਜੁਆਨਾ, ਤੇ ਉਹ ਏਜ ਤੋਂ ਥੱਲੇ ਸਮੋਕ ਕਰਦੇ ਆ, ਤੇ ਤੁਹਾਡੇ ਕੋਲੇ ਪਾਵਰ ਨਹੀਂ ਰਹਿ ਜਾਂਦੀ, ਕਿਉਂਕਿ ਤੁਸੀਂ ਡਿਸਪਲਿਨ ਦਾ ਅਨੁਸ਼ਾਸਨ ਛੋਟੇ ਹੁੰਦੇ ਤੋਂ ਲਾਗੂ ਨਹੀਂ ਕੀਤਾ। ਹੁਣ ਜਦੋਂ ਬਿਲਕੁਲ। ਤੁਸੀਂ ਇੱਕ 15 ਸਾਲ ਦੇ ਬੱਚੇ ਨੂੰ ਕਹਿੰਦੇ ਹੋ ਵੀ ਤੂੰ ਸਮੋਕਿੰਗ ਨਾ ਕਰ, ਮੈਰੀਜੁਆਨਾ ਨਹੀਂ ਪੀਂਦੇ, ਆਪਣੇ ਧਰਮ 'ਚ ਤਾਂ ਵੈਸੇ ਹੀ ਸਮੋਕਿੰਗ ਬਹੁਤ ਮਾੜੀ ਗਿਣੀ ਜਾਂਦੀ ਆ, ਵੀ ਤੂੰ ਇਹ ਨਾ ਕਰ, ਉਹ ਕੁਝ ਨਹੀਂ ਹੁੰਦਾ। ਕਹਿੰਦਾ ਮੇਰੇ ਕੋਲ ਤਾਂ ਸਟੱਡੀਜ਼ ਹੈਗੀਆਂ ਜਿਹੜੀਆਂ ਦੱਸਦੀਆਂ ਵੀ ਮੈਰੀਜੁਆਨਾ ਪੀਣ ਨਾਲ ਤਾਂ ਸਗੋਂ ਵਧੀਆ ਹੁੰਦਾ ਦਿਮਾਗ। ਬਿਲਕੁਲ ਸਹੀ। ਮੋਟਾ ਸਾਹਿਬ, ਤੁਸੀਂ ਅੱਜ ਫਿਰ ਬੜਾ ਡਿਟੇਲ ਦੇ ਵਿੱਚ ਸਮਝਾਇਆ, ਖਾਸ ਕਰਕੇ ਡਿਸਿਪਲਿਨ ਤੇ ਪਰਸਨੈਲਿਟੀ ਡਿਵੈਲਪਮੈਂਟ ਨਾਲ ਰਿਲੇਟਡ। ਸਮਾਂ ਪ੍ਰੋਗਰਾਮ ਦਾ ਅੱਜ ਫਿਰ ਮੁੱਕ ਗਿਆ ਜੀ। ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਇਹ ਸਾਰੀਆਂ ਵਿਚਾਰਾਂ ਨੂੰ ਏਜ ਵਾਈਜ਼ ਫਿਰ ਡਿਸਕਸ ਕਰਾਂਗੇ। ਤੁਸੀਂ ਸਮਾਂ ਕੱਢਿਆ, ਤੁਹਾਡਾ ਬੜਾ ਧੰਨਵਾਦ ਜੀ। ਥੈਂਕ ਯੂ ਗੁਰਪ੍ਰੀਤ ਜੀ, ਥੈਂਕ ਯੂ ਫॉर ਗਿਵਿੰਗ ਮੀ ਦੀ ਅਪਰਚੂਨਿਟੀ ਟੂ ਸ਼ੇਅਰ ਵਿਦ ਦੈਮ। ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਜੀ ਬਲਦੇਵ ਮੋਟਾ ਜੀ। ਅਤੇ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਕਿਵੇਂ ਦਾ ਲੱਗਦਾ ਜੀ? ਤੁਸੀਂ ਆਪਣੀ ਫੀਡਬੈਕ ਜ਼ਰੂਰ ਦੇਣੀ, ਤਾਂ ਜੋ ਅਸੀਂ ਪੇਰੈਂਟਿੰਗ ਨਾਲ ਰਿਲੇਟਡ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਉੱਪਰ ਜਿਹੜੇ ਵੀ ਸਵਾਲ ਤੁਹਾਡੇ ਮਨਾਂ 'ਚ ਨੇ ਉਹਨਾਂ ਸਾਰਿਆਂ ਦੇ ਜਵਾਬ ਇਸ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਕੇ ਲੈਣ ਦੀ ਕੋਸ਼ਿਸ਼ ਕਰੀਏ। ਆਪਣੀ ਫੀਡਬੈਕ ਵੀ ਪਹੁੰਚਦੀ ਕਰ ਦੇਣਾ। ਅਤੇ ਫਿਲਹਾਲ ਮੈਨੂੰ ਦਿਓ ਇਜਾਜ਼ਤ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।